ਦੋਸਤੋ ਟਾਈਮ ਐਂਡ ਵਰਕ ਦੇ ਮਿਕਸ ਟਾਈਪ ਦੇ ਕੁਐਸਚਨਸ ਦੀ ਅੱਜ ਆਪਾਂ ਗੱਲ ਕਰਾਂਗੇ ਤੇ ਆਪਾਂ ਦੇਖਾਂਗੇ ਕਿ ਉਹਨਾਂ ਕੁਐਸਚਨਸ ਨੂੰ ਸ਼ਾਰਟੈਸਟ ਟ੍ਰਿਕਸ ਦੇ ਨਾਲ ਘੱਟ ਤੋਂ ਘੱਟ ਟਾਈਮ ਦੇ ਵਿੱਚ ਕਿੱਦਾਂ ਸੋਲਵ ਕਰਨਾ ਹੈਗਾ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਆਪਣੀ ਫਰਸਟ ਐਗਜ਼ਾਮਪਲ ਨੂੰ ਰੀਡ ਕਰ ਦਿਆਂਗੇ। Two workers A and B are engaged to do a work. A working alone takes 8 hours more than the time taken by A and B together to complete the work। ਪਹਿਲਾਂ ਇੰਨਾ ਦੇਖਦੇ ਹਾਂ ਆਪਾਂ। ਕਹਿੰਦੇ ਏ ਤੇ ਬੀ ਦੋ ਵਰਕਰ ਨੇ ਕਿਸੇ ਕੰਮ ਕਰਨ 'ਚ ਲੱਗੇ ਹੋਏ ਨੇਗੇ। ਜੇ ਇਕੱਲਾ ਏ ਕੰਮ ਕਰੂਗਾ ਤਾਂ ਉਹ 8 ਘੰਟੇ ਜ਼ਿਆਦਾ ਲੈਂਦਾ ਕਿਹਦੇ ਨਾਲੋਂ, ਜਿੰਨਾ ਟਾਈਮ ਏ ਤੇ ਬੀ ਨੇ ਇਕੱਠਿਆਂ ਨੇ ਲਿਆ ਸੀਗਾ। ਫਿਰ ਅੱਗੇ ਕਹਿੰਦੇ ਆ ਬਟ ਇਫ ਬੀ ਵਰਕ ਅਲੋਨ ਹੀ ਨੀਡਸ 4.5 ਆਵਰਸ ਮੋਰ ਟੂ ਕੰਪਲੀਟ ਦਾ ਜੋਬ ਦੈਨ ਦਾ ਟਾਈਮ ਟੇਕਨ ਬਾਈ ਏ ਐਂਡ ਬੀ ਟੂਗੈਦਰ। ਜੇ ਕਹਿੰਦੇ ਇਕੱਲਾ ਬੀ ਕੰਮ ਕਰੇ ਤਾਂ ਉਹਨੂੰ 4.5 ਘੰਟੇ ਜ਼ਿਆਦਾ ਲੱਗਦੇ ਹੈਗੇ ਕਿਹਦੇ ਨਾਲੋਂ, ਏ ਤੇ ਬੀ ਇਕੱਠਿਆਂ ਨਾਲੋਂ। ਤਾਂ ਪੁੱਛਿਆ ਕੀ ਹੈਗਾ, ਫਾਈਂਡ ਦਾ ਟਾਈਮ ਟੇਕਨ ਬਾਈ ਏ ਐਂਡ ਬੀ ਟੂਗੈਦਰ ਟੂ ਕੰਪਲੀਟ ਦਾ ਜੋਬ। ਵੀ ਦੋਨੋਂ ਏ ਤੇ ਬੀ ਇਕੱਠੇ ਕੰਮ ਕਰਨ ਤਾਂ ਕਿੰਨਾ ਟਾਈਮ ਲੱਗੂਗਾ। ਤਾਂ ਪਹਿਲਾਂ ਆਪਾਂ ਸਟੇਟਮੈਂਟ ਇੱਕ ਵਾਰ ਦੁਬਾਰਾ ਦੇਖ ਦਿਆਂਗੇ। ਉਹਨਾਂ ਨੇ ਪੁੱਛਿਆ ਵੀ ਏ ਤੇ ਬੀ ਹੈ ਜਿਹੜੇ ਮਿਲ ਕੇ ਕਿੰਨੇ ਟਾਈਮ ਦੇ ਵਿੱਚ ਉਹ ਕੰਮ ਨੂੰ ਕਰਨਗੇ। ਦਿੱਤਾ ਕੀ ਹੈ, ਜੇ ਇਕੱਲਾ ਏ ਕਰੇ ਤਾਂ 8 ਘੰਟੇ ਜ਼ਿਆਦਾ ਲੱਗਦੇ ਆ ਉਹਨੂੰ, ਇਕੱਲਾ ਬੀ ਕਰੇ ਤਾਂ ਉਹਨੂੰ 4.5 ਘੰਟੇ ਜ਼ਿਆਦਾ ਲੱਗਦੇ ਆ ਏ ਤੇ ਬੀ ਨਾਲੋਂ। ਤਾਂ ਜੇ ਤਾਂ ਆਪਾਂ ਇਸ ਕੁਐਸਚਨ ਨੂੰ ਐਕਸ ਦੇ ਮੈਥਡ ਨਾਲ ਕਰਾਂਗੇ ਤਾਂ ਦੇਖੋ ਇਹਦਾ ਸੋਲੂਸ਼ਨ ਇੱਦਾਂ ਹੋਏਗਾ। ਆਪਾਂ ਸਪੋਜ਼ ਕਰ ਲਾਂਗੇ ਵੀ ਏ ਤੇ ਬੀ ਨੇ ਕਿੰਨਾ ਟਾਈਮ ਲਿਆ, ਐਕਸ ਘੰਟੇ ਲਏ, ਅਤੇ ਉਹਨਾਂ ਨੇ ਕਿਹਾ ਵੀ ਜਿਹੜਾ ਏ ਹੈਗਾ ਉਹ 8 ਘੰਟੇ ਜ਼ਿਆਦਾ ਲੱਗਦਾ ਤਾਂ ਏ ਅਲੋਨ ਦੇ ਘੰਟੇ ਆ ਗਏ x+8, ਬੀ ਅਲੋਨ ਦੇ x+9.2। ਇੱਦਾਂ ਆਪਾਂ ਬੇਸਿਕ ਡਾਇਗਰਾਮ ਜਿੱਦਾਂ ਬਣਾਉਣੇ ਆ ਡਾਇਗਰਾਮ ਬਣਾ ਲਾਂਗੇ। ਉਸ ਤੋਂ ਬਾਅਦ ਐਲਸੀਐਮ ਲੈ ਕੇ ਟੋਟਲ ਵਰਕ ਤਾਂ ਡਿਵਾਈਡ ਕਰਾਂਗੇ, ਐਂਡ 'ਤੇ ਜਾ ਕੇ ਕੁਆਡਰੇਟਿਕ ਇਕੁਏਸ਼ਨਸ ਬਣ ਗਏ, ਇਹਦੇ ਰੂਟ ਕੱਢਾਂਗੇ ਤਾਂ x ਦੀ ਵੈਲਿਊ 6 ਆ ਜਾਏਗੀ। ਬਟ ਆਪਾਂ ਇੰਨਾ ਲੈਂਥੀ ਕੁਐਸਚਨ ਨਹੀਂ ਕਰਨਾ, ਆਪਾਂ ਇਹਨੂੰ ਸ਼ਾਰਟਕਟ ਯੂਜ਼ ਕਰਨਾ ਇਹਦੇ ਲਈ। ਤਾਂ ਸ਼ਾਰਟਕਟ ਕੀ ਹੈ ਵੀ ਜਿੰਨੇ ਵੀ ਮੋਰ ਵਾਲੇ ਘੰਟੇ ਨੇ, ਜਿਵੇਂ ਇਹ 8 ਘੰਟੇ ਮੋਰ ਸੀਗੇ ਅਤੇ 9.2 ਹੋ ਜਾਏਗਾ 4.5 ਦਾ, ਤਾਂ ਇਹਨੂੰ ਮਲਟੀਪਲਾਈ ਕਰਕੇ ਇਹਦਾ ਸਕੁਏਅਰ ਰੂਟ ਕਰਨਾ। ਤਾਂ ਸਕੁਏਅਰ ਰੂਟ ਆਫ 36 ਆਪਣਾ ਆਂਸਰ ਆ ਗਿਆ ਡਾਇਰੈਕਟ 6 ਆਵਰਸ। ਤਾਂ ਇਹਨੂੰ ਆਪਾਂ ਐਕਸ ਵੇ ਨਾਲ ਨਹੀਂ ਕਰਨਾ, ਐਕਸ ਨਾਲ ਕਾਫੀ ਲੈਂਥੀ ਹੋ ਜਾਂਦਾ ਕੁਐਸਚਨ, ਜਿਵੇਂ ਤੁਸੀਂ ਦੇਖਿਆ ਕਿ ਦੇਖੋ ਕਿ ਕਿੰਨਾ ਲੈਂਥੀ ਹੋ ਜਾਂਦਾ ਇੱਦਾਂ ਐਕਸ ਨਾਲ ਕਰਾਂਗੇ। ਤਾਂ ਆਪਾਂ ਇਹਨੂੰ ਸ਼ਾਰਟਕਟ ਨਾਲ ਕਰਾਂਗੇ, ਜਿੰਨੇ ਵੀ ਮੋਰ ਘੰਟਿਆਂ ਨੂੰ ਆਪਸ 'ਚ ਮਲਟੀਪਲਾਈ ਕਰਕੇ ਉਹਦਾ ਰੂਟ ਕਰਨਾ, ਤਾਂ ਆਪਣੇ ਕੋਲ ਆ ਜਾਣਗੇ ਏ ਪਲੱਸ ਬੀ ਦੇ ਕਿੰਨੇ ਘੰਟੇ ਲੱਗੇ। ਤਾਂ ਆਪਾਂ ਸੇਮ ਕੰਸੈਪਟ ਨੂੰ ਇੱਕ ਹੋਰ ਐਗਜ਼ਾਮਪਲ 'ਚ ਅਪਲਾਈ ਕਰ ਦਿਆਂਗੇ। ਸੈਕਿੰਡ ਐਗਜ਼ਾਮਪਲ ਆਪਾਂ ਨੂੰ ਦਿੱਤੀ ਹੋਈ ਹੈਗੀ, ਸੇਮ ਹੈ ਵੀ ਏ ਤੇ ਬੀ ਕੰਮ ਕਰਨ ਲਈ ਲੱਗੇ ਹੈਗੇ। ਏ ਵਰਕਿੰਗ ਲੋਨ 12 ਘੰਟੇ ਜ਼ਿਆਦਾ ਲੱਗ ਰਿਹਾ ਅਤੇ ਬੀ ਵਰਕਿੰਗ ਲੋਨ 3 ਘੰਟੇ ਮੋਰ ਲੱਗਦਾ। ਪੁੱਛਿਆ ਕਿ ਉਹਨਾਂ ਨੇ ਏ ਤੇ ਬੀ ਟੂਗੈਦਰ ਕਿੰਨਾ ਟਾਈਮ ਲਾਉਣਗੇ। ਅਤੇ ਇੱਕ ਹੋਰ ਕੁਐਸਚਨ ਪੁੱਛਿਆ ਉਹਨਾਂ ਨੇ ਵੀ ਜੇ ਬੀ ਅਲੋਨ ਕੰਮ ਕਰੇ ਤਾਂ ਕਿੰਨੇ ਘੰਟੇ ਲੱਗਣਗੇ ਉਹਨੂੰ। ਤਾਂ ਆਪਾਂ ਏ ਤੇ ਬੀ ਟੂਗੈਦਰ ਦਾ ਸ਼ਾਰਟਕਟ ਤਾਂ ਹੁਣੀ ਦੇਖਿਆ ਉੱਪਰ ਵਾਲੇ ਕੁਐਸਚਨ 'ਚ, ਤਾਂ ਉਹਨੂੰ ਅਪਲਾਈ ਕਰਾਂਗੇ। ਮੋਰ ਵਾਲੇ 12 ਅਤੇ 3 ਮਲਟੀਪਲਾਈ ਕਰਕੇ 36 ਦਾ ਰੂਟ ਕੱਢਿਆ ਆਪਣੇ ਕੋਲ, 36 ਦਾ ਰੂਟ ਆਪਣੇ ਕੋਲ ਆ ਗਿਆ 6 ਡੇਜ਼। ਸੈਕਿੰਡ ਕੁਐਸਚਨ ਉਹਨੇ ਪੁੱਛਿਆ ਸੀਗਾ ਵੀ ਜੇ ਬੀ ਇਕੱਲਾ ਕੰਮ ਕਰੇ ਤਾਂ ਕਿੰਨਾ ਟਾਈਮ ਲੱਗੂਗਾ। ਦੇਖੋ ਦੋਨਾਂ ਨੂੰ ਮਿਲ ਕੇ 6 ਘੰਟੇ ਲਏ। ਸਟੇਟਮੈਂਟ 'ਚ ਉਹਨਾਂ ਨੇ ਕਿਹਾ ਸੀਗਾ ਜੇ ਬੀ ਇਕੱਲਾ ਕੰਮ ਕਰੇ ਤਾਂ ਉਹਨੂੰ 3 ਘੰਟੇ ਜ਼ਿਆਦਾ ਲੱਗਦੇ ਆ, ਤਾਂ ਬੀ ਨੂੰ ਕਿੰਨੇ ਟਾਈਮ ਲੱਗੂਗਾ, 6 ਦੇ ਵਿੱਚ 3 ਐਡ ਕਰ ਦਾਂਗੇ ਆਪਾਂ ਤਾਂ 9 ਡੇਜ਼ ਹੋ ਜਾਣਗੇ। ਇੱਕ ਆਪਾਂ ਨੈਕਸਟ ਕੁਐਸਚਨ ਇਹਦੇ 'ਚ ਹੋਰ ਐਡ ਕਰਤਾ ਵੀ ਫਾਈਂਡ ਦਾ ਟਾਈਮ ਟੇਕਨ ਬਾਈ ਏ ਅਲੋਨ। ਤਾਂ ਦੋਸਤੋ ਇਸ ਕੁਐਸਚਨ ਨੂੰ ਤੁਸੀਂ ਖੁਦ ਸੋਲਵ ਕਰਨਾ ਅਤੇ ਕਮੈਂਟ ਦੇ ਵਿੱਚ ਇਹਦਾ ਆਨਸਰ ਜ਼ਰੂਰ ਸ਼ੇਅਰ ਕਰਨਾ ਹੈਗਾ। ਨੈਕਸਟ ਆਪਾਂ ਹੋਰ ਸ਼ਾਰਟਕਟ ਦੇਖਦੇ ਹਾਂ ਇੱਕ, ਜਿੱਦਾਂ ਕਿ ਇੱਕ ਕੰਸੈਪਟ ਦੇਖਦੇ ਹਾਂ ਪਹਿਲਾਂ। ਜਿਹੜਾ ਟਾਈਮ ਹੁੰਦਾ ਉਹ ਕਪੈਸਿਟੀ ਦੇ ਹਮੇਸ਼ਾ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ। ਇਨਵਰਸਲੀ ਪ੍ਰਪੋਰਸ਼ਨਲ ਦਾ ਮਤਲਬ ਵੀ ਜੇ ਟਾਈਮ ਜ਼ਿਆਦਾ ਲੱਗ ਰਿਹਾ ਤਾਂ ਮਤਲਬ ਉਸ ਬੰਦੇ ਦੀ ਕਪੈਸਿਟੀ ਘੱਟ ਹੈਗੀ, ਅਤੇ ਇਸ ਤਰ੍ਹਾਂ ਇੱਕ ਦੂਸਰੇ ਦੇ ਉਲਟਾ ਹੋਣਗੇ। ਤਾਂ ਇੱਕ ਚੀਜ਼ ਹੋਰ ਦੇਖੋ ਇੱਧਰ ਲਿਖੀ ਹੋਈ ਹੈਗੀ, ਰੇਟ ਆਫ ਵਰਕ, ਪਰ ਡੇ ਵਰਕ, ਐਫੀਸ਼ੀਐਂਸੀ ਜਾਂ ਕਪੈਸਿਟੀ। ਇਹਨਾਂ ਚਾਰੋਂ ਵਰਡਸ ਦਾ ਸੇਮ ਮੀਨਿੰਗ ਹੁੰਦਾ ਵੀ ਬੰਦੇ ਨੇ ਕੰਮ ਕਰਨ ਦੀ ਉਹਦੀ ਕਪੈਸਿਟੀ ਕਿੰਨੀ ਹੈ ਜਾਂ ਐਫੀਸ਼ੀਐਂਸੀ ਕਿੰਨੀ ਹੈ ਜਾਂ ਡੇਲੀ ਕਿੰਨਾ ਕੰਮ ਕਰ ਰਿਹਾ ਹੈਗਾ। ਤਾਂ ਆਪਾਂ ਇਸ ਕੰਸੈਪਟ ਨੂੰ ਇੱਕ ਐਗਜ਼ਾਮਪਲ 'ਚ ਅਪਲਾਈ ਕਰ ਦਿਆਂਗੇ। ਕਹਿੰਦੇ ਇਫ ਦਾ ਰੇਟ ਆਫ ਵਰਕਿੰਗ ਆਫ ਏ ਐਂਡ ਬੀ ਆਰ in ratio 3:4, then the number of days taken by them to finish the work are in what ratio। ਮਤਲਬ ਉਹਨਾਂ ਦੇ ਰੇਟ ਆਫ ਵਰਕ ਦੀ ਰੇਸ਼ੋ ਦਿੱਤੀ ਹੋਈ, ਆਪਾਂ ਨੂੰ ਟਾਈਮ ਦੀ ਰੇਸ਼ੋ ਫਾਈਂਡ ਕਰਨੀ। ਦਾ ਮਤਲਬ ਆਪਾਂ ਨੇ ਸਿਰਫ ਉਲਟਾ ਕਰਨਾ ਉਹਦਾ। ਤਾਂ ਦੇਖਦੇ ਹਾਂਗੇ ਗਿਵਨ ਕੀ ਹੈ, ਰੇਸ਼ੋ ਆਫ ਐਫੀਸ਼ੀਐਂਸੀ 3:4, ਤਾਂ ਰੇਸ਼ੋ ਆਫ ਟਾਈਮ ਕੱਢਣਾ ਤਾਂ 3/4 ਦਾ ਕਿੰਨਾ ਬਣ ਜੂਗਾ 4:3। ਬਸ ਇੰਨਾ ਕੰਮ ਆਪਾਂ ਕਰਨਾ ਸੀਗਾ। ਨੈਕਸਟ ਇੱਕ ਇੰਪੋਰਟੈਂਟ ਟਾਈਪ ਹੈ ਜਿਹੜੀ ਕਿ ਪੇਪਰ ਦੇ ਵਿੱਚ ਨਾ ਕਾਫੀ ਵਾਰ ਰਿਪੀਟ ਹੋ ਚੁੱਕੀ ਹੈ, ਤਾਂ ਇਹ ਕਾਫੀ ਇੰਪੋਰਟੈਂਟ ਟਾਈਪ ਹੈਗੀ। ਤਾਂ ਇਹਨੂੰ ਦੇਖਦੇ ਹਾਂ ਪਹਿਲਾਂ ਆਪਾਂ। ਕਹਿੰਦੀ ਏ ਡਜ਼ ਹਾਫ ਐਜ਼ ਬੀ ਇਨ 3/4 ਆਫ ਟਾਈਮ ਇਫ ਟੂਗੈਦਰ ਦੇ ਟੇਕਸ 18 days ਟੂ ਕੰਪਲੀਟ ਏ ਵਰਕ, ਦੈਨ ਹਾਊ ਮਚ ਟਾਈਮ ਸ਼ੈਲ ਬੀ ਟੇਕਸ ਟੂ ਡੂ ਇਟ। ਤਾਂ ਦੋਸਤੋ ਇਸ ਐਗਜ਼ਾਮਪਲ ਨੂੰ ਸਮਝਣ ਲਈ ਨਾ ਪਹਿਲਾਂ ਆਪਾਂ ਐਕਸ ਵਾਲੇ ਮੈਥਡ ਨਾਲ ਦੇਖਦੇ ਹਾਂ ਵੀ ਇਹਨੂੰ ਐਕਸ ਨਾਲ ਕਿੱਦਾਂ ਕਰਨਾ ਹੈਗਾ। ਤਾਂ ਐਕਸ ਵਾਲੇ ਵੇਜ਼ ਨਾਲ ਦੇਖੋ ਪਹਿਲਾਂ ਇਹਨੂੰ ਕਿਵੇਂ ਕਰਾਂਗੇ। ਉਹਨੇ ਪੁੱਛਿਆ ਬੀ ਨੇ ਕਿੰਨਾ ਟਾਈਮ ਲਿਆ, ਤਾਂ ਆਪਾਂ ਮੰਨ ਲਿਆ ਵੀ ਬੀ ਨੇ ਉਹਨੂੰ ਕੰਮ ਕਰ ਲਈ ਐਕਸ ਘੰਟੇ ਲਏ ਨੇ। ਤਾਂ ਫਿਰ ਉਹਨਾਂ ਨੇ ਕਿਹਾ ਵੀ ਏ ਹੈ ਜਿਹੜਾ ਉਹ ਅੱਧਾ ਕੰਮ ਕਰਦਾ 3/4 ਆਫ ਬੀ, ਇਹ ਟਾਈਮ ਉਹਦਾ। ਹਾਫ ਵਰਕ 3/4 ਆਫ ਐਕਸ ਹੋ ਜਾਏਗਾ ਕਿਉਂਕਿ ਬੀ ਦਾ ਟਾਈਮ ਐਕਸ ਮੰਨਿਆ ਸੀਗਾ। ਕੰਪਲੀਟ ਕਿੰਨਾ ਹੋ ਜਾਏਗਾ, 2 ਉੱਪਰ ਜਾ ਕੇ ਮਲਟੀਪਲਾਈ ਹੋ ਗਿਆ ਤਾਂ 3/4 ਦਾ 3.2 ਬਣ ਗਿਆ। ਤਾਂ ਇੱਥੋਂ ਉਹਨਾਂ ਦੀ ਰੇਸ਼ੋ ਆਫ ਟਾਈਮ ਆ ਗਈ ਏ ਅਤੇ ਬੀ ਦੀ।
ਮਤਲਬ ਜਿਹੜਾ A ਹੈ 3/2 ਲੈਂਦਾ ਅਤੇ B X ਲੈਂਦਾ। ਤਾਂ ਕਟਿੰਗ ਕਰਕੇ ਟਾਈਮ ਦੀ ਰੇਸ਼ੋ ਆ ਗਈ 3:2। ਇਹਦਾ ਆਪਾਂ ਇਨਵਰਸ ਕੀਤਾ, ਐਫੀਸ਼ੀਐਂਸੀ ਦੀ ਰੇਸ਼ੋ ਹੋ ਗਈ। ਉਸ ਤੋਂ ਬਾਅਦ ਆਪਣੀ ਹੋਈ ਬੇਸਿਕ ਡਾਇਗਰਾਮ। ਬਟ ਦੋਸਤੋ ਜਿਹੜਾ ਇਹ ਇੰਨਾ ਕੁਐਸਚਨ ਹੈਗਾ, ਇਹਨੂੰ ਆਪਾਂ ਅਗਰ ਕੱਟ ਕੇ ਇਹਨੂੰ ਸ਼ਾਰਟਕਟ ਇਹਦੇ ਲਈ ਇੱਕ ਬਣਾ ਲਈਏ ਆਪਾਂ, ਤਾਂ ਦੇਖੋ ਸ਼ਾਰਟਕਟ ਕਿੱਦਾਂ ਅਪਲਾਈ ਕਰਨਾ ਇਹਦਾ। ਸ਼ਾਰਟਕਟ ਦੇ ਵਿੱਚ ਆਪਾਂ ਸਿੱਧਾ ਦੇਖਣਾ, ਜਿਹੜੀ ਫਸਟ ਲਾਈਨ ਹੁੰਦਾ ਹਾਫ ਆਫ A 3/4 B, ਬਸ ਇੱਦਾਂ ਲਿਖਣਾ ਆਪਾਂ ਨੂੰ, ਹਾਫ ਆਫ A 3/4 B। ਇੱਥੋਂ ਨਾ ਆਪਣੀ ਇਹਦੀ ਟਾਈਮ ਦੀ ਰੇਸ਼ੋ ਆਏਗੀ, ਟਾਈਮ ਦੀ ਰੇਸ਼ੋ ਆ ਗਈ, ਉਹਦਾ ਆਪਾਂ ਇਨਵਰਸ ਕੀਤਾ, ਐਫੀਸ਼ੀਐਂਸੀ ਦੀ ਆਏਗੀ। ਜਦੋਂ ਵੀ ਆਪਣੇ ਕੋਲ ਐਫੀਸ਼ੀਐਂਸੀ ਦੀ ਰੇਸ਼ੋ ਆਈ ਤਾਂ ਆਪਾਂ ਸਿੰਪਲ ਆਪਣੀ ਡਾਇਗਰਾਮ ਬਣਾ ਕੇ ਕੁਐਸਚਨ ਨੂੰ ਸੋਲਵ ਕਰ ਸਕਦੇ। ਡਾਇਗਰਾਮ ਤੁਹਾਨੂੰ ਬਣਾਉਣੀ ਆਉਂਦੀ ਹੈ, ਜਿੱਦਾਂ ਕਿ ਆਪਾਂ ਨੇ ਫਸਟ ਪਾਰਟ ਦੇ ਵਿੱਚ ਡਿਸਕਸ ਕੀਤਾ ਹੈ, ਉੱਦਾਂ ਹੀ ਡਾਇਗਰਾਮ ਬਣੇਗੀ ਦੀ। ਮੇਨ ਚੀਜ਼ ਕੀ ਸੀ, A ਅਤੇ B ਦੀ ਐਫੀਸ਼ੀਐਂਸੀ ਦੀ ਰੇਸ਼ੋ। ਤਾਂ ਆਪਾਂ ਇਹਨੂੰ ਦੁਬਾਰਾ ਦੇਖ ਦਿਆਂਗੇ, ਟਾਈਮ ਦੀ ਰੇਸ਼ੋ ਕਿੱਦਾਂ ਆਈ, ਜਿਹੜੀ ਫਸਟ ਲਾਈਨ ਤੋਂ ਆਏਗੀ, A does half as B in 3/4 of time, ਤਾਂ ਹਾਫ ਆਫ A ਅਤੇ 3/4 ਆਫ B। ਇੱਦਾਂ ਆਪਣੇ ਕੋਲ ਟਾਈਮ ਦੀ ਰੇਸ਼ੋ ਆ ਗਈ, ਇਹਨਾਂ ਦਾ ਇਨਵਰਸ ਕੀਤਾ, ਆਪਣੇ ਕੋਲ ਐਫੀਸ਼ੀਐਂਸੀ ਦੀ ਰੇਸ਼ੋ ਆ ਗਈ। ਤਾਂ ਆਪਾਂ ਕੁਛ ਹੋਰ ਵੀ ਇਸ ਟਾਈਪ ਦੇ ਕੁਐਸਚਨਸ ਦੇਖਦੇ ਹਾਂਗੇ। ਨੈਕਸਟ ਕੁਐਸਚਨ ਦੇਖਦੇ ਹਾਂਗੇ, A is thrice as good as B in work, therefore able to finish the work in 60 days less than B, then find the time taken by A and B together to finish the whole work। ਦੇਖੋ ਇਹਦੇ 'ਚ ਨਾ ਆਪਾਂ ਨੂੰ ਉਹਨਾਂ ਦੇ ਐਫੀਸ਼ੀਐਂਸੀ ਦਾ ਰਿਲੇਸ਼ਨ ਦਿੱਤਾ ਵੀ ਉਹ 3 ਗੁਣਾ ਉਹਦੇ ਨਾਲੋਂ ਤੇਜ਼ ਹੈਗਾ, ਅਤੇ ਇੱਕ ਹੋਰ ਆਪਾਂ ਨੂੰ ਉਹਨਾਂ ਦੇ ਟਾਈਮ ਦਾ ਡਿਫਰੈਂਸ ਦਿੱਤਾ ਵੀ ਇੰਨੇ ਡੇਜ਼ ਲੈਸ ਆ ਜਾਂ ਇੰਨੇ ਡੇਜ਼ ਮੋਰ ਆ ਸਕਦਾ ਹੈਗਾ। ਤਾਂ ਪਹਿਲਾਂ ਆਪਾਂ ਇਹਨੂੰ ਦੇਖਦੇ ਹਾਂ ਵੀ ਇੱਥੋਂ ਆਪਾਂ ਡੇਜ਼ ਕਿਵੇਂ ਸਪੋਜ਼ ਕਰਨੇ ਆ। ਆਪਾਂ ਨੂੰ ਰੇਸ਼ੋ ਆਫ ਐਫੀਸ਼ੀਐਂਸੀ ਦਿੱਤੀ ਹੋਈ ਸੀ ਇਹਨਾਂ ਦੀ A ਅਤੇ B ਦੀ, ਆਪਾਂ ਬਣਾ ਸਕਦੇ ਹਾਂ ਵੀ ਇਹ 3 ਗੁਣਾ ਹੈਗਾ ਤਾਂ ਇਹ 3:1 ਹੋ ਜਾਏਗਾ। ਤਾਂ ਇਹਦਾ ਇਨਵਰਸ ਕਰਕੇ ਟਾਈਮ ਦੀ ਰੇਸ਼ੋ ਆ ਗਈ 1:3। ਹੁਣ ਦੇਖੋ A ਕੋਲੇ 1 ਪਾਰਟ ਹੈ, B ਕੋਲੇ 3 ਪਾਰਟ ਹੈ। ਆਪਾਂ ਨੂੰ ਕੁਐਸਚਨ 'ਚ ਗਿਵਨ ਹੈ ਵੀ ਜਿਹੜਾ A ਹੈ B ਨਾਲੋਂ 60 ਦਿਨ ਘੱਟ ਲੈਂਦਾ। ਤਾਂ ਆਪਾਂ ਦੇਖਦੇ ਹੈਗੇ ਵੀ A ਕੋਲੇ B ਨਾਲੋਂ ਪਾਰਟ ਕਿੰਨੇ ਘੱਟ ਨੇਗੇ। A ਕੋਲੇ 1 ਪਾਰਟ ਹੈ, B ਕੋਲੇ 3 ਪਾਰਟ ਹੈ। ਕਿੰਨੇ ਪਾਰਟ ਘੱਟ ਹੋ ਗਏ, 2। ਤਾਂ 2 ਪਾਰਟ ਕਰਕੇ 60 ਦਿਨਾਂ ਦਾ ਫਰਕ ਪੈਂਦਾ ਹੈਗਾ। ਤਾਂ 1 ਪਾਰਟ ਕਿੰਨੇ ਦਾ ਹੋ ਜਾਏਗਾ, ਇਹ 60/2 ਕਰਾਂਗੇ ਆਪਾਂ, 30 ਡੇਜ਼ 1 ਪਾਰਟ ਦੀ ਵੈਲਿਊ ਆ ਗਈ। ਇੱਥੋਂ A ਅਤੇ B ਦੇ ਨੰਬਰ ਆਫ ਡੇਜ਼ ਆ ਜਾਣਗੇ। A ਕੋਲੇ 1 ਪਾਰਟ, 1 ਪਾਰਟ ਦੀ ਵੈਲਿਊ 30, B ਕੋਲੇ 3 ਪਾਰਟ, 3 ਪਾਰਟ ਦੀ ਵੈਲਿਊ ਹੋ ਗਈ 90। ਤਾਂ ਆਪਾਂ A ਅਤੇ B ਦਾ ਟਾਈਮ ਆ ਗਿਆ ਆਪਣੇ ਕੋਲੇ, ਐਫੀਸ਼ੀਐਂਸੀ ਦੀ ਰੇਸ਼ੋ ਆਪਾਂ ਨੂੰ ਸਟੇਟਮੈਂਟ 'ਚ ਗਿਵਨ ਹੈਗੀ। ਤਾਂ ਸੇਮ ਉਹੀ ਬੇਸਿਕ ਡਾਇਗਰਾਮ ਬਣਾ ਕੇ ਆਪਾਂ ਕੁਐਸਚਨ ਨੂੰ ਸੋਲਵ ਕਰਤਾ। ਨੈਕਸਟ ਦੇਖਦੇ ਹਾਂਗੇ ਆਪਾਂ ਇੱਕ ਹੋਰ ਟਾਈਪ ਦੀ ਐਗਜ਼ਾਮਪਲ। ਕਹਿੰਦੀ ਇਹ ਕੰਟਰੈਕਟਰ ਇੰਪਲੋਇਡ 50 men to complete the job project in 100 days, but later he realized that after 25 days only 20% of the work had been completed. How many extra days then the scheduled time are required? ਕਹਿੰਦੀ ਕੰਟਰੈਕਟਰ ਨੇ ਨਾ 50 ਮੈਨ ਇੰਪਲੋਏ ਕੀਤੇ ਸੀਗੇ ਕਿਸੇ ਕੰਮ ਨੂੰ ਕਰਨ ਲਈ, ਪ੍ਰੋਜੈਕਟ ਨੂੰ 100 ਦਿਨਾਂ 'ਚ, ਬਟ ਕਹਿੰਦੇ ਵੀ 25 ਦਿਨਾਂ 'ਚ ਸਿਰਫ 20% ਕੰਮ ਹੋਇਆ। ਤਾਂ ਆਪਾਂ ਦੇਖ ਲਿਆ ਵੀ ਜਿਹੜਾ 20% ਕੰਮ ਹੈ ਉਹਨੂੰ ਕਰਨ ਲਈ 25 ਦਿਨ ਲੱਗੇ ਹੈਗੇ। ਤਾਂ ਕੰਮ ਪੂਰਾ 100% ਹੋਊਗਾ ਨਾ, 20% ਵਾਸਤੇ 25 ਦਿਨ ਲੱਗੇ। 20 ਦਾ 100 ਕਿਵੇਂ ਬਣਿਆ, 5 ਨਾਲ ਮਲਟੀਪਲਾਈ ਕੀਤਾ, ਇੱਧਰੋਂ ਡੇਜ਼ ਨੂੰ ਵੀ 5 ਨਾਲ ਕਰਤਾ ਮੈਂ। 20% ਕੰਮ ਹੋਇਆ 25 ਦਿਨਾਂ 'ਚ, 100% ਕੰਮ ਹੋ ਜਾਊਗਾ 125 ਦਿਨਾਂ 'ਚ। ਬਟ ਮਿਲੇ ਕਿੰਨੇ ਦਿਨ ਸੀ ਉਹਨੂੰ, ਸਿਰਫ 100 ਦਿਨ। 125 ਦਿਨ ਲੱਗੇ ਉਹਨੂੰ, ਮਿਲੇ 100 ਦਿਨ ਹੈ। ਤਾਂ ਐਕਸਟਰਾ ਡੇਜ਼ ਕਿੰਨੇ ਲੱਗੇ ਉਹਨੂੰ, 25। 125 ਲੱਗੇ ਨੇਗੇ, 100 ਨੂੰ ਮਿਲੇ ਸੀ ਤਾਂ ਐਕਸਟਰਾ ਲੱਗੇ 25। ਨੈਕਸਟ ਆਪਾਂ ਇੱਕ ਹੋਰ ਇੰਪੋਰਟੈਂਟ ਟਾਈਪ ਦੀ ਗੱਲ ਕਰਦੇ ਹਾਂਗੇ, ਜਿਹਦੇ 'ਚ ਨਾ ਗੱਲ ਕਰਦੇ ਵੀ ਉਹ ਵੀ ਕਿੰਨਾ ਫਰੈਕਸ਼ਨ ਆਫ ਵਰਕ ਕੰਪਲੀਟ ਹੋ ਗਿਆ ਜਾਂ ਕਿੰਨਾ ਫਰੈਕਸ਼ਨ ਆਫ ਵਰਕ ਰਹਿ ਗਿਆ। ਮਤਲਬ ਕਹਿ ਸਕਦੇ ਵੀ ਹਾਊ ਮਚ ਫਰੈਕਸ਼ਨ ਆਫ ਵਰਕ ਹੈਡ ਬੀਨ ਕੰਪਲੀਟਡ ਜਾਂ ਹਾਊ ਮਚ ਫਰੈਕਸ਼ਨ ਆਫ ਵਰਕ ਹੈਜ਼ ਬੀਨ ਲੈਫਟ, ਇੱਦਾਂ ਦੇ ਟਾਈਪ ਦੀ ਕੁਐਸਚਨ। ਤਾਂ ਪਹਿਲਾਂ ਐਗਜ਼ਾਮਪਲ ਪੜ੍ਹਦੇ ਆਪਾਂ। A can do a piece of work in 15 days and B in 20 days. If they together work on it for 4 days, then the fraction of work left, ਪਹਿਲਾਂ ਪੁੱਛਿਆ ਵੀ ਕਿੰਨਾ ਰਹਿ ਗਿਆ, ਦੂਜੇ ਕੁਐਸਚਨ 'ਚ ਪੁੱਛਿਆ ਦਾ ਫਰੈਕਸ਼ਨ ਆਫ ਵਰਕ ਦੈਟ ਇਜ਼ ਕੰਪਲੀਟਡ, ਵੀ ਕੰਮ ਪੂਰਾ ਕਿੰਨਾ ਹੋਇਆ। ਤਾਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਉਹੀ ਆਪਣੀ ਬੇਸਿਕ ਡਾਇਗਰਾਮ ਬਣਾਵਾਂਗੇ ਆਪਾਂ। 15-20 ਦਾ ਐਲਸੀਐਮ 60 ਆ ਗਿਆ, ਇਹਨਾਂ ਦੀ ਐਫੀਸ਼ੀਐਂਸੀ ਆ ਗਈ 4-3। ਫਿਰ ਉਹਨੇ ਕਿਹਾ ਵੀ ਦੋਨਾਂ ਨੇ 4 ਦਿਨ ਇਕੱਠਿਆਂ ਨੇ ਕੰਮ ਕੀਤਾ, A ਅਤੇ B ਨੇ ਮਿਲ ਕੇ 4 ਦਿਨ। A ਅਤੇ B ਮਿਲ ਕੇ ਇੱਕ ਦਿਨ 'ਚ ਕਿੰਨਾ ਕਰਨਗੇ, 4-3 7, 4 ਦਿਨਾਂ 'ਚ ਹੋ ਗਿਆ 28। 28 ਕੰਮ ਉਹਨਾਂ ਨੇ 4 ਦਿਨਾਂ 'ਚ ਕਰਤਾ। ਰਿਮੇਨਿੰਗ ਕਿੰਨਾ ਹੋ ਗਿਆ, 60 ਦੇ ਵਿੱਚੋਂ 28 ਮਾਈਨਸ ਕੀਤੇ 32। ਬਟ ਉਹਨਾਂ ਨੇ ਕਿਹਾ ਗਾ ਫਰੈਕਸ਼ਨ, ਜਦੋਂ ਵੀ ਫਰੈਕਸ਼ਨ ਦੀ ਗੱਲ ਕਰਨੀ, ਇੱਥੇ ਮੈਂ ਲਿਖ ਕੇ ਵੀ ਦੱਸਿਆ ਹੈਗਾ, ਆਲਵੇਜ਼ ਡਿਵਾਈਡ ਵਿਦ ਟੋਟਲ ਵਰਕ। ਜਦੋਂ ਵੀ ਫਰੈਕਸ਼ਨ ਕੱਢਣਾ ਹੋਵੇ, ਉਹਨਾਂ ਨੇ ਕਿਹਾ ਫਰੈਕਸ਼ਨ ਲੈਫਟ, ਤਾਂ ਰਹਿ ਕਿੰਨਾ ਗਿਆ ਸੀਗਾ 32, ਬਟ ਫਰੈਕਸ਼ਨ ਕੱਢ ਲਈ ਉਹਨੂੰ ਟੋਟਲ ਵਰਕ 60 ਨਾਲ ਡਿਵਾਈਡ ਕਰਾਂਗੇ ਤਾਂ 32/60 ਕਰਾਂਗੇ ਤਾਂ 8/15 ਆ ਗਿਆ ਫਰੈਕਸ਼ਨ ਲੈਫਟ। ਜੇ ਪੁੱਛਿਆ ਹੋਵੇ ਫਰੈਕਸ਼ਨ ਆਫ ਵਰਕ ਕਿੰਨਾ ਡਨ ਹੋ ਗਿਆ, ਕੰਪਲੀਟ ਕਿੰਨਾ ਹੋ ਗਿਆ, ਤਾਂ ਆਪਾਂ ਉਹੀ ਜਿਹੜਾ ਕੰਮ ਹੋ ਗਿਆ 28 ਹੋਇਆ ਨਾ, ਤਾਂ 28 ਨੂੰ 60 ਨਾਲ ਕਰਾਂਗੇ। ਜੇ ਤਾਂ ਰਿਮੇਨਿੰਗ ਪੁੱਛਿਆ ਫਿਰ 32 ਨੂੰ ਕਰਾਂਗੇ, ਜੇ ਕੰਪਲੀਟ ਵਾਲਾ ਪੁੱਛਿਆ ਤਾਂ 28 ਨੂੰ ਕਰਾਂਗੇ। ਡਿਵਾਈਡ ਟੋਟਲ ਨਾਲ ਹੀ ਕਰਨਾ, ਤਾਂ ਇਹਦਾ ਕਟਿੰਗ ਕਰਕੇ ਆਪਣੇ ਕੋਲ ਫਰੈਕਸ਼ਨ ਆ ਜਾਏਗੀ। ਤਾਂ ਜੇ ਦੋਸਤੋ ਤੁਹਾਨੂੰ ਇਹ ਟ੍ਰਿਕਸ ਵਧੀਆ ਲੱਗੀਆਂ ਤਾਂ ਪਲੀਜ਼ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਤਾਂ ਕਿ ਹੋਰ ਮੋਰ ਟ੍ਰਿਕਸ ਤੁਹਾਡੇ ਲਈ ਲੈ ਕੇ ਆ ਸਕਾਂ ਮੈਂ। ਥੈਂਕ ਯੂ ਸਟੂਡੈਂਟਸ।